कि उन्होंने घर की चिंता नहीं होने दी, मतलब सारा सांभ लेंदे सी। हाँ जी, मैं उन्होंने कहा कि बिल्कुल तुसी बॉर्डर ते डटे रहो कि पिछे असीं हैगे आ, पिछों असीं हुण जिस तरह वीर जी इस अंदोलन ने सानू खेती करनी सिखा दी। क्या बात है, मतलब ये पता लग गया कि केड़ा बीज जिहड़ा है किदों पाउणा है, किस तरह किदों भ्योना है, की करना है, सारा मतलब पूरा खेत च किदों पानी लगना है, वो सारा असीं अपना नौकर रखे हुए, असीं नौकरां दे सहारे नाल असीं पूरा उस नूं मैनेज कीता। ਤੇ ਇੱਕ ਚੀਜ਼ ਹੋਰ, ਹੁਣ ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਕਈ ਵਾਰੀ ਇੱਕ ਟਾਰਗੇਟ ਕੀਤਾ ਗਿਆ ਵੱਖਵਾਦੀ, ਅੱਤਵਾਦੀ, ਦੇਸ਼ ਦਰੋਹੀ 26 ਜਨਵਰੀ ਜਿਹੜਾ ਮਾਹੌਲ, ਉਹ ਦੁੱਖ ਹੁੰਦਾ ਸੀਗਾ ਵੀ? ਵੀਰ ਜੀ ਬਹੁਤ ਦੁੱਖ ਹੁੰਦਾ ਸੀ, ਕਿਉਂਕਿ ਅਸੀਂ ਨਿਊਜ਼ ਤੇ ਜਦੋਂ ਦੇਖਦੇ ਸੀ ਤੇ ਸਾਡੇ ਸਿੱਖ ਭਰਾਵਾਂ ਨੂੰ ਇਹ ਕਿਹਾ ਜਾਂਦਾ ਸੀ ਇਹ ਖਾਲਿਸਤਾਨੀ ਹੈ, ਇਹ ਤਾਂ ਆਤੰਕਵਾਦੀ ਹੈ। ਔਰ ਜਿਸ ਤਰ੍ਹਾਂ ਹੁਣ ਕੰਗਨਾ ਰਣੌਤ ਦੇ ਜਿਹੜੇ ਡਾਇਲੌਗ ਸੀ ਉਦੋਂ ਵੀ ਇਸ ਤਰ੍ਹਾਂ ਹੀ ਚੱਲ ਰਹੇ ਸੀ ਤੇ ਮਨੋਬਲ ਤੇ ਬਹੁਤ ਡਿੱਗਦਾ ਸੀ ਸਾਡਾ, ਸਾਨੂੰ ਬਹੁਤ ਗੁੱਸਾ ਆਉਂਦਾ ਸੀ, ਕਿਉਂਕਿ ਹੁਣ ਜਿਹੜੇ ਸਾਨੂੰ ਇਹ ਦੱਸਦੇ ਸੀ ਕਿ ਖਾਲਿਸਤਾਨੀ ਹੈ, ਆਤੰਕਵਾਦੀ ਹੈ, ਇਹ ਤਾਂ ਕਿਸਾਨ ਹੈ ਹੀ ਨਹੀਂ, ਹੁਣ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ, ਉਹਨਾਂ ਦੇ ਮੂੰਹ ਤੇ ਚਪੇੜ ਵੱਜੀ ਹੈ। ਉਹਨਾਂ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਵੱਜੀ ਹੈ ਔਰ ਬਹੁਤ ਵੱਡੀ ਜਿੱਤ ਹੋਈ ਹੈ ਸਾਡੀ। ਉਹ ਵੀਰ ਜੀ ਮੈਂ ਸਾਰੀਆਂ ਭੈਣਾਂ ਨੂੰ ਇਹ ਕਹਿਣਾ ਚਾਹੁੰਦੀ ਕਿ ਤੁਸੀਂ ਮਤਲਬ ਹਿੰਮਤ ਨਹੀਂ ਹਾਰੋ, ਤੁਸੀਂ ਜਿਹੜਾ ਕੰਮ ਆਪਾਂ ਨਹੀਂ ਵੀ ਕੀਤਾ, ਆਪਾਂ ਕਿਸਾਨ ਦੇ ਬੇਟੀਆਂ ਆ, ਆਪਾਂ ਨੂੰ ਉਹ ਕੰਮ ਸਿੱਖਣਾ ਚਾਹੀਦਾ। ਠੀਕ। ਹਰਵਿੰਦਰ ਸਿੰਘ ਚਾਵਲਾ ਦੇ ਨਾਲ ਤੁਸੀਂ ਦੇਖ ਰਹੇ ਹੋ ਸਿੱਖ ਸੰਗਤ ਨਿਊਜ਼। ਪਿਆਰੇ ਦਰਸ਼ਕੋ, ਕਿਸਾਨੀ ਅੰਦੋਲਨ ਜਿਹੜਾ ਕਿ ਪੰਜਾਬ ਤੋਂ ਸ਼ੁਰੂ ਹੁੰਦਾ ਹੈ, ਇਸ ਵੇਲੇ ਕੰਡੀਸ਼ਨ ਹੈ ਕਿ ਪੂਰੇ ਦੇਸ਼ ਦੇ ਵਿੱਚ ਕਿਸਾਨੀ ਅੰਦੋਲਨ ਦਾ ਪ੍ਰਭਾਵ ਹੈ। 1 ਸਾਲ ਪੂਰਾ ਹੋ ਚੁੱਕਿਆ, ਕਈ ਸ਼ਹਾਦਤਾਂ ਹੋ ਚੁੱਕੀਆਂ ਨੇ ਤੇ ਸਕੂਨ ਦੀ ਗੱਲ ਇਹ ਹੈ ਕਿ ਖੇਤੀ ਕਾਨੂੰਨ ਰੱਦ ਕਰ ਦਿੱਤੇ ਗਏ ਨੇ। ਅਜੇ ਵੀ ਹੋਰ ਮੰਗਾਂ ਕਈ ਰਹਿ ਗਈਆਂ ਨੇ, ਉਹਨੂੰ ਵੀ ਲੈ ਕੇ ਅਜੇ ਅੰਦੋਲਨ ਚੱਲ ਰਿਹਾ। ਇਸ ਕਿਸਾਨ ਅੰਦੋਲਨ ਦੇ ਵਿੱਚ ਯੂਪੀ ਅਤੇ ਉੱਤਰਾਖੰਡ ਦੀ ਜਿਹੜੀ ਤਰਾਈ ਦੀ ਬੈਲਟ ਹੈ, ਇੱਥੋਂ ਦਾ ਵੀ ਕਿਸਾਨ ਵੱਡੀ ਸੰਖਿਆ ਦੇ ਵਿੱਚ ਗਾਜ਼ੀਪੁਰ ਬਾਰਡਰ 'ਤੇ ਡਟਿਆ ਹੋਇਆ ਹੈ। ਖਾਸ ਕਰਕੇ ਸਿੱਖ ਵਰਗ, ਸਿੱਖ ਕਿਸਾਨ ਬਹੁਤ ਹੀ ਆਪਣਾ ਵੱਡਾ ਯੋਗਦਾਨ ਇੱਥੋਂ ਪਾਇਆ ਹੈ। ਕਈ ਸ਼ਹਾਦਤਾਂ ਵੀ ਹੋਈਆਂ। ਲਖੀਮਪੁਰ ਘਟਨਾ ਤੁਹਾਡੇ ਸਾਹਮਣੇ ਹੈਗੀ ਹੈ, ਜਿਹਨੂੰ ਲੈ ਕੇ ਬੀਜੇਪੀ ਬਹੁਤ ਵੱਡੀ ਤਰੀਕੇ ਨਾਲ ਬੈਕਫੁੱਟ 'ਤੇ ਆਈ ਹੈ। ਕਿਸਾਨ ਅੰਦੋਲਨ ਜਿਹੜਾ ਇੰਨੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ, ਜਿਹਨੂੰ ਆਪਾਂ ਕਹਿ ਸਕਦੇ ਇੱਕ ਸਫਲ ਅੰਦੋਲਨ ਹੈ, ਕਿ ਇੰਨਾ ਸੌਖਾ ਸੀਗਾ। ਅੱਜ ਅਸੀਂ ਚਰਚਾ ਕਰਾਂਗੇ ਕਿਸਾਨ ਜਿਵੇਂ ਉੱਥੇ ਬਾਰਡਰ 'ਤੇ ਚਲੇ ਜਾਂਦੇ ਨੇ, ਫਿਰ ਘਰ ਦੇ ਵਿੱਚ ਕਿਵੇਂ ਮਾਹੌਲ ਹੁੰਦਾ ਹੈ, ਘਰ ਦੇ ਵਿੱਚ ਕਿਵੇਂ ਸਾਂਭ ਕੀਤੀ ਜਾਂਦੀ ਹੈ, ਬੱਚਿਆਂ ਦੀ ਪੜ੍ਹਾਈ ਦੀ ਅਤੇ ਖੇਤੀ ਖੂਤੀ ਕਿਵੇਂ ਹੁੰਦੀ ਹੈ, ਹੋਰ ਕਈ ਚੀਜ਼ਾਂ ਹੁੰਦੀਆਂ ਨੇ। ਸੋ ਉਸੇ ਚੀਜ਼ 'ਤੇ ਅਸੀਂ ਚਰਚਾ ਕਰਾਂਗੇ। ਰਵਿੰਦਰ ਕੌਰ ਸੰਧੂ ਜੀ ਸਾਡੇ ਨਾਲ ਮੌਜੂਦ ਨੇ, ਸਕੂਲ ਚਲਾਉਂਦੇ ਨੇ। ਇਹਨਾਂ ਦੇ ਹਸਬੈਂਡ ਸਰਦਾਰ ਕੁਲਦੀਪ ਸਿੰਘ ਸੰਧੂ ਜੀ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ, ਹਰ ਅਪਡੇਟ 'ਤੇ ਜਾਂਦੇ ਨੇ। ਅੱਜ ਵੀ ਗਾਜ਼ੀਪੁਰ ਬਾਰਡਰ 'ਤੇ ਗਏ ਨੇ, ਕਿਉਂਕਿ ਉੱਥੇ ਕਾਲ ਸੀਗੀ ਕਿ ਅੱਜ ਕਿਸਾਨਾਂ ਦਾ ਵੱਡਾ ਇਕੱਠ ਹੋਣਾ ਹੈ। ਸੋ ਇੱਥੋਂ ਦੀ ਵੱਡੀ ਸੰਖਿਆ ਦੇ ਵਿੱਚ ਕਿਸਾਨ ਗਏ ਨੇ। ਸੋ ਇਹਨਾਂ ਨਾਲ ਚਰਚਾ ਕਰਾਂਗੇ, ਜਦੋਂ ਹਸਬੈਂਡ ਇਹਨਾਂ ਦੇ ਉੱਥੇ ਚਲੇ ਜਾਂਦੇ ਸੀ ਤੇ ਘਰ ਦੇ ਵਿੱਚ ਫਿਰ ਕਿਵੇਂ ਮੈਨੇਜ ਕਰਦੇ ਸੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਤਿਹ ਦੀ ਅਰਜ਼ ਕਰਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਤੁਸੀਂ ਸਾਡੇ ਨਾਲ ਰੂਬਰੂ ਹੋਣ ਆਏ ਉੱਥੇ। ਅਤੇ ਕਿਉਂਕਿ ਸਾਡੀ ਕੋਸ਼ਿਸ਼ ਹੈ ਕਿ ਕਿਸਾਨਾਂ ਦੇ ਨਾਲ ਅਸੀਂ ਕਈ ਵਾਰੀ ਰੂਬਰੂ ਕਰਾ ਚੁੱਕੇ ਹਾਂ। ਅਸੀਂ ਅੱਜ ਦਰਸ਼ਕਾਂ ਨਾਲ ਇਹ ਸਾਂਝ ਕਰਨਾ ਚਾਹੁੰਦੇ ਹਾਂ, ਜਦੋਂ ਕਿਸਾਨ ਉੱਥੇ ਬਾਰਡਰ 'ਤੇ ਡਟ ਜਾਂਦੇ ਨੇ ਅਤੇ ਫਿਰ ਘਰ ਦੇ ਵਿੱਚ ਕਿਵੇਂ ਮਾਹੌਲ ਹੁੰਦਾ, ਘਰ ਦੇ ਵਿੱਚ ਕਿਵੇਂ ਮੈਨੇਜ ਕਰਦੇ ਨੇ, ਕਿਉਂਕਿ ਜੋ ਕਹਾਣੀ ਤੁਹਾਡੀ ਹੋਣੀ, ਮੈਨੂੰ ਤੱਕ ਸਾਰਿਆਂ ਦੀ ਉਹੀ ਕਹਾਣੀ ਹੋਣੀ ਹੈ। ਅਤੇ ਕਿੱਦਾਂ ਤੁਸੀਂ ਮੈਨੇਜ ਕਰਦੇ ਸੀ ਜਦੋਂ ਤੁਹਾਡੇ ਹਸਬੈਂਡ ਉੱਥੇ ਚਲੇ ਜਾਂਦੇ ਸੀ? ਦੇਖੋ ਵੀਰ ਜੀ, ਜਦੋਂ ਮੇਰੇ ਹਸਬੈਂਡ ਉੱਥੇ ਜਾਂਦੇ ਨੇ, ਹੁਣ ਵੀ ਅੱਜ ਵੀ ਗਏ ਹੋਏ ਨੇ, ਅਤੇ ਪਿੱਛੋਂ ਸਾਨੂੰ ਪ੍ਰੋਬਲਮਸ ਤਾਂ ਬਹੁਤ ਫੇਸ ਕਰਨੀਆਂ ਪੈਂਦੀਆਂ, ਕਿਉਂਕਿ ਹਸਬੈਂਡ ਦੇ ਬਿਨਾਂ, ਜੇਂਟਸ ਤੋਂ ਬਿਨਾਂ ਘਰ 'ਚ ਕਈ ਪ੍ਰੋਬਲਮਸ ਹੁੰਦੀਆਂ, ਨਹੀਂ ਸੌਟ ਆਊਟ ਹੁੰਦੀਆਂ। ਲੇਕਿਨ ਫਿਰ ਵੀ ਅਸੀਂ ਕਦੀ, ਮੈਂ ਹਿੰਮਤ ਨਹੀਂ ਹਾਰੀ। ਹੁਣ ਪਿੱਛੇ ਮੈਂ ਤੁਹਾਨੂੰ ਇੱਕ ਇੰਸੀਡੈਂਟ ਦੱਸਦੀ ਹਾਂ। ਮੇਰੇ ਫਾਦਰ ਇਨ ਲਾਅ ਨੇ, ਉਹਨਾਂ ਦੀ ਅੱਖ ਦਾ ਆਪਰੇਸ਼ਨ ਹੋਇਆ, ਠੀਕ ਹੈ। ਉਹਨਾਂ ਨੂੰ ਹਰ ਆਲਟਰਨੇਟ ਦੇ ਉੱਤੇ ਸਾਨੂੰ ਉਹਨਾਂ ਨੂੰ ਵਿਖਾਉਣ ਜਾਣਾ ਪੈਂਦਾ ਸੀ ਹਸਪੀਟਲ। ਅਤੇ ਉਹਦੇ ਵਿੱਚ ਇਹ ਸੀ ਪ੍ਰੋਬਲਮ ਕਿ ਹੁਣ ਮੈਨੂੰ ਸਕੂਟੀ 'ਤੇ ਡਰਾਈਵ ਕਰਨੀ ਆਉਂਦੀ, ਬਟ ਮੈਨੂੰ ਗੱਡੀ ਨਹੀਂ ਡਰਾਈਵ ਕਰਨੀ ਆਉਂਦੀ। ਫਿਰ ਅਸੀਂ ਡਰਾਈਵਰ ਹਾਇਰ ਕਰ ਦਿੰਦੇ ਸੀ। ਫਿਰ ਡਰਾਈਵਰ ਦੇ ਨਾਲ ਅਸੀਂ ਉਹਨਾਂ ਨੂੰ ਅੱਖ ਦਾ ਚੈੱਕਅਪ ਕਰਾ ਕੇ, ਆਈ ਚੈੱਕਅਪ ਕਰਾਉਣਾ ਉਹਨਾਂ ਦਾ, ਫਿਰ ਵਾਪਸ ਲੈ ਕੇ ਆਉਣਾ। ਲੇਕਿਨ ਇਸ ਦੌਰਾਨ ਅਗਰ ਮੇਰੇ ਹਸਬੈਂਡ ਬਾਰਡਰ 'ਤੇ ਆ, ਮੈਂ ਉਹਨਾਂ ਨੂੰ ਕਦੀ ਵੀ ਪਿੱਛੋਂ ਉਹਨਾਂ ਨੂੰ ਇਹ ਨਹੀਂ ਫੀਲ ਹੋਣ ਦਿੱਤਾ, ਮਤਲਬ ਉਹਨਾਂ ਦਾ ਮਨੋਬਲ ਕਦੀ ਡਾਊਨ ਨਹੀਂ ਹੋਣ ਦਿੱਤਾ ਵੀ ਘਰ ਦੀ ਚਿੰਤਾ ਹੈਗੀ, ਕਿ ਉਹਨਾਂ ਨੂੰ ਘਰ ਦੀ ਚਿੰਤਾ ਨਹੀਂ ਹੋਣ ਦਿੱਤੀ, ਮਤਲਬ ਸਾਰਾ ਸਾਂਭ ਲੈਂਦੇ ਸੀ। ਹਾਂਜੀ, ਮੈਂ ਉਹਨਾਂ ਨੂੰ ਕਿਹਾ ਕਿ ਬਿਲਕੁਲ ਤੁਸੀਂ ਬਾਰਡਰ 'ਤੇ ਡਟੇ ਰਹੋ ਕਿ ਪਿੱਛੇ ਅਸੀਂ ਹੈਗੇ ਹਾਂ, ਪਿੱਛੋਂ ਅਸੀਂ ਹੁਣ ਜਿਸ ਤਰ੍ਹਾਂ ਵੀਰ ਜੀ ਇਸ ਅੰਦੋਲਨ ਨੇ ਸਾਨੂੰ ਖੇਤੀ ਕਰਨੀ ਸਿਖਾ ਦਿੱਤੀ। ਕੀ ਬਾਤ ਹੈ, ਮਤਲਬ ਤੁਸੀਂ ਖੇਤੀ ਕਰਨਾ ਸਿੱਖ ਗਏ। ਖੇਤੀ ਕਰਨਾ ਸਿੱਖ ਗਏ। ਪਹਿਲਾਂ ਸਾਨੂੰ ਇਹ ਨਹੀਂ ਸੀ ਪਤਾ ਹੁੰਦਾ ਕਿ ਖੇਤ ਦੇ ਵਿੱਚ ਇਸ ਸੀਜ਼ਨ 'ਚ ਕੀ ਬੋਣਾ ਹੈ, ਕਿੱਥੇ ਕਿਦੋਂ ਪਾਣੀ ਲਾਉਣਾ ਹੈ, ਕੀ ਹੈ। ਮਤਲਬ ਇੱਥੋਂ ਤੱਕ ਕਿ ਇਹ ਮਤਲਬ ਜਿੰਨਾ ਸਾਨੂੰ ਆ, ਜਿਸ ਤਰ੍ਹਾਂ ਟਰੈਕਟਰ ਹੈ ਅਤੇ ਇਹਦੇ ਜਿਹੜੇ ਪਾਰਟਸ ਹੈ, ਸਾਨੂੰ ਉਹ ਪਾਰਟਸ ਦੀ ਨੌਲੇਜ, ਉਹ ਤੱਕ ਦਾ ਪਤਾ ਲੱਗ ਗਿਆ। ਉਹ ਤੱਕ ਦਾ ਪਤਾ ਲੱਗ ਗਿਆ। ਮਤਲਬ ਇਹ ਪਤਾ ਲੱਗ ਗਿਆ ਕਿ ਕਿਹੜਾ ਬੀਜ ਜਿਹੜਾ ਹੈ ਕਿਦੋਂ ਪਾਉਣਾ ਹੈ, ਕਿਸ ਤਰ੍ਹਾਂ ਕਿਦੋਂ ਭਿਉਣਾ ਹੈ, ਕੀ ਕਰਨਾ
ਹੋਣਾ ਹੈ ਸਾਰਾ, ਮਤਲਬ ਪੂਰਾ ਖੇਤ 'ਚ ਕਿਦੋਂ ਪਾਣੀ ਲੱਗਣਾ ਹੈ ਉਹ ਸਾਰਾ ਅਸੀਂ ਆਪਣਾ ਨੌਕਰ ਰੱਖੇ ਹੋਏ, ਅਸੀਂ ਨੌਕਰਾਂ ਦੇ ਸਹਾਰੇ ਨਾਲ ਅਸੀਂ ਪੂਰਾ ਉਸ ਨੂੰ ਮੈਨੇਜ ਕੀਤਾ। ਬਾਕੀ ਉਹ ਬਾਰਡਰ ਤੇ ਬੈਠੇ ਸਾਨੂੰ ਗਾਈਡ ਕਰਦੇ ਰਹਿੰਦੇ ਆ ਕਿ ਗਾਈਡ ਫੋਨ ਕਰਦੇ ਰਹਿੰਦੇ ਆ ਆਪਣਾ। ਮਤਲਬ ਕਹਿ ਸਕਦੇ ਆ ਕਿ ਜੇ ਕਿਸਾਨ ਅੰਦੋਲਨ, ਜੇ ਸਾਡੇ ਕਿਸਾਨ ਉੱਥੇ ਨੇ ਤੇ ਤੁਸੀਂ ਵੀ ਘਰ ਦੀ ਭੂਮਿਕਾ ਮਤਲਬ ਪੂਰੀ ਅਦਾ ਕੀਤੀ ਹੈ ਵੀ ਜ਼ਿੰਮੇਵਾਰੀ ਦੇ ਨਾਲ, ਉਹਨਾਂ ਨੂੰ ਮਤਲਬ ਫਿਕਰ ਨਹੀਂ ਹੋਣ ਦਿੱਤੀ। ਨਹੀਂ ਬਿਲਕੁਲ ਬਈ ਤੁਹਾਨੂੰ ਲੱਗਦਾ ਕਿ ਤਾਂ ਹੀ ਉਹ ਇਹ ਇੰਨਾ ਵੱਡਾ ਅੰਦੋਲਨ ਜਿਹਦੇ ਤੇ ਪੂਰੇ ਸੰਸਾਰ ਭਰ ਦੀ ਨਜ਼ਰ ਸੀ ਜਿਹੜਾ ਹੁਣ ਸਫਲ ਹੋਣ ਜਾ ਰਿਹਾ ਤੇ ਘਰੋਂ ਵੀ ਪੂਰੀ ਸਪੋਰਟ ਸੀ ਕਿਸਾਨਾਂ ਨੂੰ, ਤਾਂ ਹੀ ਉਹ ਇਸ ਮੁਕਾਮ ਤੱਕ ਪਹੁੰਚੇ। ਹਾਂਜੀ ਘਰੋਂ ਮੈਂ ਫੁੱਲ ਸਪੋਰਟ ਦਿੱਤੀ ਉਹਨਾਂ ਨੂੰ। ਦੇਖੋ ਪਿੱਛੋਂ ਜਦੋਂ ਹਸਬੈਂਡ ਘਰ ਨਹੀਂ ਸੀ, ਪਿੱਛੋਂ ਬੱਚਿਆਂ ਨੇ ਸਕੂਲ ਵੀ ਜਾਣਾ ਹੈ, ਬੱਚੇ ਨੇ ਸਕੂਲ ਜਾਣਾ ਹੈ, ਫਿਰ ਆਪਣਾ ਘਰ ਦਾ ਬਜ਼ੁਰਗਾਂ ਦਾ ਦੇਖਣਾ ਹੈ, ਬਜ਼ੁਰਗਾਂ ਦੀ ਦਵਾਈ ਲੈ ਕੇ ਆਣੀ ਹੈ, ਘਰ ਦਾ ਰਾਸ਼ਨ ਹੈ, ਜਿੱਥੇ ਅਸੀਂ ਜੋ ਕੰਮ ਅਸੀਂ ਅੱਜ ਤੱਕ ਨਹੀਂ ਕੀਤਾ ਸੀ। ਅੱਛਾ, ਇਸ ਤਰ੍ਹਾਂ ਦਾ ਮਾਹੌਲ ਤੁਹਾਨੂੰ ਕਦੀ ਸਿਰ ਤੇ ਪਈ ਹੈ ਕਿ ਇੰਨਾ ਲੰਮਾ ਅੰਦੋਲਨ ਚੱਲਿਆ ਹੈ ਇਸ ਤਰ੍ਹਾਂ ਦਾ ਕਿ ਹਸਬੈਂਡ ਕਈ ਇੰਨੇ ਟਾਈਮ ਬਾਹਰ ਰਹਿਣੇ ਤੇ ਇੰਨੀ ਕਦੀ ਸਿਰ ਤੇ ਇਸ ਤਰ੍ਹਾਂ ਦੀ ਭੀੜ ਪਈ? ਨਹੀਂ ਵੀਰ ਜੀ, ਐਕਚੁਅਲੀ ਜਦੋਂ ਹਸਬੈਂਡ ਘਰ ਹੁੰਦੇ ਸੀ। ਅੱਛਾ, ਮੰਨ ਲਓ ਤੁਸੀਂ ਪ੍ਰੀਪੇਅਰ ਨਹੀਂ ਹੈਗੇ ਸੀ ਤੇ ਫਿਰ ਕਿੱਦਾਂ ਮੈਨੇਜ ਕੀਤਾ? ਹਿੰਮਤ ਤੇ ਜਜ਼ਬਾ ਕਿਵੇਂ ਆਇਆ ਕਿ ਕਿਵੇਂ ਸੌਖਾ ਨਹੀਂ ਹੁੰਦਾ ਕਿ ਹਾਂਜੀ ਵੀਰ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਆਪਣਾ ਪਿਛੋਕੜ ਇਤਿਹਾਸ ਵੇਖੋ ਤੁਸੀਂ ਕਿ ਆਪਣੇ ਗੁਰੂਆਂ ਨੇ ਬਹੁਤ ਕੁਰਬਾਨੀਆਂ ਕੀਤੀਆਂ। ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਦੇਖਿਓ, ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਸੀ, ਉਹਨਾਂ ਨੇ ਆਪਣੇ 4 ਬੱਚੇ ਸਾਡੀ ਸਿੱਖ ਕੌਮ ਤੋਂ ਵਾਰਤੇ ਤੇ ਉਹ ਸਾਨੂੰ ਇਨਸਪਾਇਰ ਕਰਦਾ, ਸਾਨੂੰ ਜੋਸ਼ ਦਿੰਦਾ ਸਾਨੂੰ। ਮਤਲਬ ਪਿਛੋਕੜ ਇਤਿਹਾਸ ਸੀ। ਹਾਲਾਂਕਿ ਉਹਨਾਂ ਨੇ ਬੱਚੇ ਜਿਹੜੇ ਵਾਰੇ ਉਹ ਤਾਂ ਮਨੁੱਖਤਾ ਦੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਧਰਮ ਦੀ ਰੱਖਿਆ ਲਈ ਆ ਬਾਰੇ ਆਪਾਂ ਨੂੰ ਸਿੱਖ ਕੌਮ ਦੇ ਨਹੀਂ ਲਈ ਕਹਿ ਸਕਦੇ, ਉਹ ਤਾਂ ਸਾਰੇ ਸਭ ਦੇ ਸਾਂਝੇ ਸੀਗੇ। ਤੇ ਇੱਕ ਚੀਜ਼ ਹੋਰ, ਹੁਣ ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਕਈ ਵਾਰੀ ਇੱਕ ਟਾਰਗੇਟ ਕੀਤਾ ਗਿਆ ਵੱਖਵਾਦੀ, ਅੱਤਵਾਦੀ, ਦੇਸ਼ ਦਰੋਹੀ, 26 ਜਨਵਰੀ ਜਿਹੜਾ ਮਾਹੌਲ, ਉਹ ਦੁੱਖ ਹੁੰਦਾ ਸੀਗਾ ਵੀ? ਵੀਰ ਜੀ ਬਹੁਤ ਦੁੱਖ ਹੁੰਦਾ ਸੀ, ਕਿਉਂਕਿ ਅਸੀਂ ਨਿਊਜ਼ ਤੇ ਜਦੋਂ ਦੇਖਦੇ ਸੀ ਤੇ ਸਾਡੇ ਸਿੱਖ ਭਰਾਵਾਂ ਨੂੰ ਇਹ ਕਿਹਾ ਜਾਂਦਾ ਸੀ ਇਹ ਖਾਲਿਸਤਾਨੀ ਹੈ, ਇਹ ਤਾਂ ਆਤੰਕਵਾਦੀ ਹੈ। ਔਰ ਜਿਸ ਤਰ੍ਹਾਂ ਹੁਣ ਕੰਗਨਾ ਰਣੌਤ ਦੇ ਜਿਹੜੇ ਡਾਇਲੌਗ ਸੀ ਉਦੋਂ ਵੀ ਇਸ ਤਰ੍ਹਾਂ ਹੀ ਚੱਲ ਰਹੇ ਸੀ ਤੇ ਮਨੋਬਲ ਤੇ ਬਹੁਤ ਡਿੱਗਦਾ ਸੀ ਸਾਡਾ, ਸਾਨੂੰ ਬਹੁਤ ਗੁੱਸਾ ਆਉਂਦਾ ਸੀ, ਲੇਕਿਨ ਅਸੀਂ ਸੋਚਦੇ ਸੀ ਕਿ ਸੱਚ ਕਦੀ ਛੁਪ ਨਹੀਂ ਸਕਦਾ, ਇੱਕ ਨਾ ਇੱਕ ਦਿਨ ਸੱਚ ਸਾਹਮਣੇ ਇਹ ਕਹਿ ਸਕਦੇ ਕਿ ਸੱਚ ਦੀ ਜਿੱਤ। ਹਾਂ, ਸੱਚ ਦੀ ਜਿੱਤ ਹੋਈ ਹੈ। ਕਿਉਂਕਿ ਹੁਣ ਆ ਕੇ ਜਦੋਂ ਹੁਣ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਜਦੋਂ ਇਹਨਾਂ ਨੇ ਹੁਣ ਕਾਨੂੰਨ ਆਪਣੇ ਕ੍ਰਿਸ਼ੀ ਕਾਨੂੰਨ ਖਾਰਿਜ ਕੀਤੇ ਹੈ ਤੇ ਹੁਣ ਸੱਚੋ ਸਭ ਪੂਰਾ ਸਾਫ਼ ਹੋ ਗਿਆ। ਹੁਣ ਸਾਰੀ ਮਿਹਨਤ ਜਿਹੜੀ ਹੈ, ਸਾਰੀ ਕੁਰਬਾਨੀਆਂ ਨੇ ਉਹ ਇੱਥੇ ਆ ਕੇ ਸਫਲ ਹੁੰਦੀਆਂ ਨਜ਼ਰ ਆ ਰਹੀਆਂ। ਹੁਣ ਸਫਲ ਹੋਈਆਂ, ਕਿਉਂਕਿ ਹੁਣ ਜਿਹੜੇ ਸਾਨੂੰ ਇਹ ਦੱਸਦੇ ਸੀ ਕਿ ਖਾਲਿਸਤਾਨੀ ਹੈ, ਆਤੰਕਵਾਦੀ ਹੈ, ਇਹ ਤਾਂ ਕਿਸਾਨ ਹੈ ਹੀ ਨਹੀਂ, ਹੁਣ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ ਨੇ, ਉਹਨਾਂ ਦੇ ਮੂੰਹ ਤੇ ਚਪੇੜ ਵੱਜੀ ਹੈ, ਉਹਨਾਂ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਵੱਜੀ ਹੈ ਔਰ ਬਹੁਤ ਵੱਡੀ ਜਿੱਤ ਹੋਈ ਹੈ ਸਾਡੀ। ਤੇ ਹੁਣ ਤੇ ਅਸੀਂ ਲੇਡੀਜ਼ ਵੀ ਹੁਣ ਅਸੀਂ ਇੰਨੀਆਂ ਪੱਕੀਆਂ ਹੋ ਗਈਆਂ ਆ ਕਿ ਹੁਣ ਤੇ ਭਾਵੇਂ ਕਿਸਾਨ ਅੰਦੋਲਨ ਭਾਵੇਂ 2 ਸਾਲ 4 ਸਾਲ ਹੋਰ ਚੱਲ ਜਾਏ, ਯਾਨੀ ਕਿ ਜਿਹੜੀ ਮੰਗਾਂ ਨੂੰ ਲੈ ਕੇ ਬੈਠੇ ਹੋਏ ਨੇ ਕਿ MSP ਨੂੰ ਲੈ ਕੇ ਤੇ ਹੋਰ ਕਿ ਜਿਹੜੇ ਮਤਲਬ ਮੁਕੱਦਮੇ ਦਰਜ ਕੀਤੇ ਗਏ ਉਹਨਾਂ ਦੀ ਰੱਦ ਕਰਨ ਦੀ ਮੰਗ ਨੂੰ ਲੈ ਕੇ, ਮੁਆਵਜ਼ੇ ਨੂੰ ਲੈ ਕੇ, ਅੱਛਾ ਅਗਰ 2-4 ਸਾਲ ਚੱਲ ਜਾਏ ਤਾਂ ਹੀ ਇੰਨੀ ਪੱਕੀਆਂ ਹੋਈਆਂ? ਨਹੀਂ, ਹੁਣ ਸਾਨੂੰ ਕੋਈ ਪਰਵਾਹ ਨਹੀਂ, ਕਿਉਂਕਿ ਹੁਣ ਅਸੀਂ ਪੂਰਾ ਖੇਤੀ ਕਰਨਾ ਸਿੱਖ ਚੁੱਕੇ ਆ, ਘਰ ਸੰਭਾਲਣਾ ਪੂਰਾ ਸਿੱਖ ਚੁੱਕੇ ਆ ਤੇ ਸਾਨੂੰ ਪਤਾ ਕਿ ਹੁਣ ਅਸੀਂ ਕਿਸ ਤਰ੍ਹਾਂ ਫਾਈਟ ਕਰਨੀ ਹੈ, ਕਿਸ ਤਰ੍ਹਾਂ ਮੈਨੇਜ ਕਰਨੀ ਹੈ, ਕਿਸ ਤਰ੍ਹਾਂ। ਮਤਲਬ ਇਹ ਬਹੁਤ ਵਧੀਆ ਗੱਲ ਹੈ, ਕਿਉਂਕਿ ਘਰੋਂ ਸਪੋਰਟ ਨਹੀਂ ਹੋਏਗੀ ਤਾਂ ਫਿਰ ਕੋਈ ਵੀ ਅੰਦੋਲਨ ਨਹੀਂ ਜਿੱਤਿਆ ਜਾ ਚੱਲੇਗਾ। ਕਿਉਂਕਿ ਦੇਖੋ ਅਗਰ ਮੇਰੇ ਹਸਬੈਂਡ ਇਹ ਬਾਰਡਰ ਤੇ ਨੇ ਤੇ ਮੈਂ ਪਿੱਛੋਂ ਉਹਨਾਂ ਨੂੰ ਫੋਨ ਕਰਕੇ ਉਹਨਾਂ ਨੂੰ ਬੋਲਾਂ ਕਿ ਨਹੀਂ ਇਸ ਤਰ੍ਹਾਂ ਨਹੀਂ ਹੋ ਰਿਹਾ, ਇਸ ਤਰ੍ਹਾਂ ਹੋ ਰਿਹਾ, ਤੁਸੀਂ ਘਰ ਆਓ ਜਾਂ ਤੁਸੀਂ ਇਸ ਤਰ੍ਹਾਂ ਕਰੋ, ਤੇ ਉਹ ਫਿਰ ਅੰਦੋਲਨ 'ਚ ਉਹ ਪਾਰਟ ਨਹੀਂ ਅਦਾ ਕਰ ਸਕਦੇ। ਤੇ ਇਸ ਕਰਕੇ ਉਹਨਾਂ ਨੂੰ ਸਾਨੂੰ ਹੌਸਲਾ ਦੇਣਾ ਪੈਂਦਾ ਹੈ, ਉਹਨਾਂ ਨੂੰ ਹਿੰਮਤ ਬਣਾਉਣੀ ਪੈਂਦੀ ਹੈ ਕਿ ਵੀ ਘਰ 'ਚ ਸਭ ਕੁਝ ਠੀਕ ਹੈ, ਤੁਸੀਂ ਕੋਈ ਫਿਕਰ ਨਹੀਂ ਕਰੋ, ਤੁਸੀਂ ਅੰਦੋਲਨ 'ਚ ਡਟੇ ਰਹੋ। ਇਸ ਕਰਕੇ ਅਜੇ ਅੰਦੋਲਨ ਹੋਰ ਲੰਮਾ ਚੱਲ ਸਕਦਾ। ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਕਿਸਾਨ ਉੱਥੇ ਬੈਠੇ ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੀ ਬੀਬੀਆਂ ਨੂੰ, ਭੈਣਾਂ ਨੂੰ? ਕੀ ਦੇਖੋ ਵੀਰ ਜੀ, ਮੈਂ ਸਾਰੀਆਂ ਭੈਣਾਂ ਨੂੰ ਇਹ ਕਹਿਣਾ ਚਾਹੁੰਦੀ ਕਿ ਤੁਸੀਂ ਮਤਲਬ ਹਿੰਮਤ ਨਹੀਂ ਹਾਰੋ। ਤੁਸੀਂ ਜਿਹੜਾ ਕੰਮ ਆਪਾਂ ਨਹੀਂ ਵੀ ਕੀਤਾ, ਆਪਾਂ ਕਿਸਾਨ ਦੇ ਬੇਟੀਆਂ ਆ, ਆਪਾਂ ਨੂੰ ਉਹ ਕੰਮ ਸਿੱਖਣਾ ਚਾਹੀਦਾ, ਠੀਕ ਹੈ। ਔਰ ਆਪਣੇ ਹਸਬੈਂਡ ਨੂੰ ਇਹ ਮਤਲਬ ਹੌਸਲਾ ਦੇਣਾ ਚਾਹੀਦਾ ਕਿ ਬਈ ਅਸੀਂ ਸਭ ਕੁਝ ਕਰ ਸਕਦੇ ਹਾਂ, ਅਸੀਂ ਖੇਤੀ ਵੀ ਕਰਾ ਸਕਦੀਆਂ ਵਾ, ਅਸੀਂ ਟਰੈਕਟਰ ਵੀ ਚਲਾ ਸਕਦੀਆਂ ਆ, ਤੇ ਤੁਸੀਂ ਉੱਥੇ ਡਟੇ ਰਹੋ। ਸੋ ਬਹੁਤ ਬਹੁਤ ਧੰਨਵਾਦ। ਰਵਿੰਦਰ ਕੌਰ ਸੰਧੂ ਜੀ ਸਾਡੇ ਨਾਲ ਜੁੜੇ ਹੋਏ ਸੀ। ਅੱਜ 1 ਸਾਲ ਪੂਰਾ ਹੋਇਆ ਕਿਸਾਨ ਅੰਦੋਲਨ ਨੂੰ। ਅੱਜ ਵੀ ਇਹਨਾਂ ਦੇ ਹਸਬੈਂਡ ਗਾਜ਼ੀਪੁਰ ਬਾਰਡਰ ਤੇ ਗਏ ਨੇ। ਸੋ ਬਹੁਤ ਕੁਰਬਾਨੀਆਂ ਜਿਹਨੂੰ ਕਹਿ ਸਕਦੇ ਹਾਂ ਕਿ ਇਸ ਅੰਦੋਲਨ ਦੇ ਦੌਰਾਨ ਹੋਈਆਂ ਨੇ। ਲੇਕਿਨ ਵੇਖੋ ਭੈਣ ਜੀ ਨੇ ਜੋ ਦੱਸਿਆ ਕਿ ਇਹਨਾਂ ਨੂੰ ਕਿਸਾਨੀ ਕਰਨੀ ਪਹਿਲਾਂ ਜਿਵੇਂ ਸ਼ਾਇਦ ਨਹੀਂ ਜਾਂਦੇ ਸੀ, ਲੇਕਿਨ ਸਾਰਾ ਪਤਾ ਲੱਗ ਗਿਆ, ਟਰੈਕਟਰ ਦੇ ਪੁਰਜੇ ਕਿਹੜੇ ਹੁੰਦੇ ਉਹ ਵੀ ਤੱਕ ਪਤਾ ਲੱਗ ਗਿਆ। ਇਸ ਅੰਦੋਲਨ ਨੇ ਕਿਤੇ ਨਾ ਕਿਤੇ ਬਹੁਤ ਮਜ਼ਬੂਤ ਬਣਾ ਦਿੱਤਾ ਇਸ ਅੰਦੋਲਨ ਨੇ। ਕਹਿੰਦੇ ਆ ਕਿ ਅਜੇ 2-4 ਸਾਲ ਹੋਰ ਵੀ ਅੰਦੋਲਨ ਚੱਲ ਜਾਏ ਤਾਂ ਵੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ। ਸੋ ਕੁਝ ਹੋਰ ਕਹਿਣਾ ਚਾਹੋਗੇ ਜਾਂਦੇ ਜਾਂਦੇ? ਨਹੀਂ ਵੀਰ ਜੀ, ਮੈਂ ਬਸ ਆਪਣੀਆਂ ਭੈਣਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਕਿ ਹਮੇਸ਼ਾ ਤੁਸੀਂ ਬਸ ਆਪਣੇ ਹੌਸਲੇ ਬੁਲੰਦ ਰੱਖੋ ਔਰ ਕਦੀ ਵੀ ਆਪਣੇ ਹਸਬੈਂਡ ਨੂੰ ਉੱਥੋਂ ਜਾਣ ਤੋਂ ਰੋਕੋ ਨਾ।
ਕਿਉਂਕਿ ਅਜੇ ਵੀ ਅਸੀਂ MSP ਤੇ ਜਦ ਤੱਕ ਗਰੰਟੀ ਨਹੀਂ ਮਿਲ ਜਾਂਦੀ, ਮੁਕੱਦਮੇ ਵਾਪਸ ਨਹੀਂ ਹੋ ਜਾਂਦੇ। ਔਰ ਜਿਸ ਤਰ੍ਹਾਂ ਉਹ ਨੇਤਾ ਸੀ ਲਖੀਮਪੁਰ ਵਾਲਾ ਜਿਹੜਾ ਕੇਸ ਹੋਇਆ ਹੈ, ਹਾਂਜੀ ਹਾਂ, ਅਜੇ ਮਿਸ਼ਰਾ ਟੈਨੀ, ਉਹ ਜਦੋਂ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੋ ਜਾਂਦੀ, ਉਹਨੂੰ ਬਰਖਾਸਤ ਨਹੀਂ ਕੀਤਾ ਜਾਂਦਾ, ਤੇ ਉਦੋਂ ਤੱਕ ਤੁਸੀਂ ਮਤਲਬ ਆਪਣੇ ਅੰਦੋਲਨ ਆਪਣਾ ਸਫਲ ਨਹੀਂ ਹੁੰਦਾ। ਕਿਉਂਕਿ ਆਪਾਂ ਅੰਦੋਲਨ ਤੇ ਜਿੱਤ ਚੁੱਕੇ ਹਾਂ, ਲੇਕਿਨ ਅਜੇ ਸਾਨੂੰ ਜਿਹੜੀਆਂ ਸਾਡੀਆਂ ਮੰਗਾਂ ਰਹਿੰਦੀਆਂ ਨੇ ਉਹ ਵੀ ਮੰਗਾਂ ਮੰਨੀਆਂ ਜਾਣ, ਉਸ ਤੋਂ ਬਾਅਦ ਹੀ ਅਸੀਂ ਅੰਦੋਲਨ ਨੂੰ ਸਫਲ ਕਵਾਂਗੇ। ਸੋ ਬਹੁਤ ਬਹੁਤ ਧੰਨਵਾਦ ਜੀ ਰਵਿੰਦਰ ਕੌਰ ਸੰਧੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ। ਸੋ ਕੋਸ਼ਿਸ਼ ਕਰਾਂਗੇ ਕਿ ਜਿਵੇਂ 1 ਸਾਲ ਪੂਰਾ ਹੋਇਆ ਹੋਰ ਜਿਹੜੇ ਪਹਿਲੂ ਹੈਗੇ ਉਹਨਾਂ 'ਤੇ ਵੀ ਅਸੀਂ ਚਰਚਾ ਕਰੀ। ਹਰਵਿੰਦਰ ਸਿੰਘ ਚਾਵਲਾ ਦੇ ਨਾਲ ਤੁਸੀਂ ਦੇਖ ਰਹੇ ਸੀ ਸਿੱਖ ਸੰਗਤ ਨਿਊਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ।